ਜਿਵੇਂ ਕਿਹਾ ਹੈ ਨਾ, ਆਸਾ ਮਨਸਾ ਬੰਧਨੀ ਪਾਈ। ਆਸਾ ਮਨਸਾ ਦੇ ਬੰਧਨੀ ਹੈ, ਕਰਮ ਧਰਮ ਬੰਧਕਾਰੀ। ਕਹਿੰਦੇ ਧਰਮ ਵੀ ਬੰਧਨ ਹੈ, ਬੰਧਨ ਹੋ ਰਿਹਾ ਹੈ ਬਹੁਤਿਆਂ ਦਾ। ਤੁਸੀਂ ਇਹ ਨਾ ਸੋਚੋ ਵੀ ਧਾਰਮਿਕ ਲੋਕ ਜਿਹੜੇ ਹਨ ਇਹ ਸੰਸਾਰ ਤੋਂ ਮੁਕਤ ਹੋ ਰਹੇ ਹਨ ਪਾਠ ਕਰਕੇ, ਪੂਜਾ ਕਰਕੇ, ਨਾਮ ਜਪ ਕੇ। ਨਹੀਂ, ਬਹੁਤੇ ਜ਼ਿਆਦਾ ਬੰਧ ਰਹੇ ਹਨ, ਬਿਮਾਰੀ ਵੱਧ ਰਹੀ ਹੈ ਬਹੁਤਿਆਂ ਦੀ। ਇਹ ਆਮ ਸਧਾਰਨਤਾ ਖਿਆਲ ਵਿੱਚ ਨਹੀਂ ਆਉਂਦੀ ਹੈ ਗੱਲ, ਕਿਉਂਕਿ ਜਿਹੜੇ ਖੇਲ ਦੇ ਵਿੱਚ ਹੀ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੈ। ਜਿਹੜਾ ਖੇਲ ਤੋਂ ਥੋੜ੍ਹਾ ਜਿਹਾ ਬਾਹਰ ਹੋ ਕੇ ਦੇਖਦਾ ਹੈ, ਉੱਚੇ ਚੜ੍ਹ ਕੇ ਦੇਖਿਆ ਅਤੇ ਘਰ ਘਰ ਇਹ ਆ, ਉਹਨੂੰ ਪਤਾ ਲੱਗਦਾ ਵੀ ਇੱਥੇ ਬਿਮਾਰੀਆਂ ਵੱਧ ਰਹੀਆਂ ਹਨ। ਫਿਰ ਔਸ਼ਧੀਆਂ ਬਹੁਤ ਵੰਡੀਆਂ ਜਾਂਦੀਆਂ ਹਨ, ਬੜਾ ਨਾਮ ਜਪਣ ਵਾਸਤੇ ਸਾਧਨਾ ਕਰਾ ਰਹੇ ਹਨ, ਧਿਆਨ ਕਰਵਾ ਰਹੇ ਹਨ, ਬੜੀ ਜ਼ੋਰ ਜ਼ੋਰ ਦੀ ਲੱਗੇ ਹੋਏ ਹਨ ਨਾਮ ਜਪ ਸਿਮਰਨ ਕਰਨ। ਪਰ ਬਿਮਾਰੀ ਛੱਡਣ ਨੂੰ ਕੋਈ ਵੀ ਤਿਆਰ ਨਹੀਂ ਹੈ। ਅਤੇ ਪਹਿਲਾਂ ਜਿਹੜਾ ਬਿਮਾਰੀ ਛੱਡਣ ਨੂੰ ਤਿਆਰ ਹੈ ਉਹਦੇ ਵਾਸਤੇ ਔਸ਼ਧੀ ਹੁੰਦੀ ਹੈ। ਜਿਹੜਾ ਕੂੜ ਦੀ ਕੰਧ ਧੋਣ ਨੂੰ ਤਿਆਰ ਹੈ ਉਹਦੇ ਵਾਸਤੇ ਅੱਗੇ ਜਿਹੜਾ ਉਪਦੇਸ਼ ਆ ਉਹ ਕੰਮ ਆਵੇਗਾ। ਹੁਣ ਜਿਹੜਾ ਕੂੜ ਦੀ ਕੰਧ ਧੋਣ ਨੂੰ ਤਿਆਰ ਹੀ ਨਹੀਂ ਹੈ, ਕੂੜ ਦੀ ਕੰਧ ਉਥੀ ਹੋਈ ਹੈ ਸੰਸਾਰਿਕ ਵਿਚਾਰਾਂ ਨਾਲ, ਸੰਸਾਰਿਕ ਵਿਚਾਰਧਾਰਾ ਛੱਡਣ ਨੂੰ ਤਿਆਰ ਨਹੀਂ ਹੈ ਕੋਈ, ਇਹਦਾ ਮਤਲਬ ਕੂੜ ਦੀ ਕੰਧ ਢਾਉਣ ਨੂੰ ਤਿਆਰ ਹੀ ਨਹੀਂ। ਤਾਂ ਉਹਦੇ ਵਾਸਤੇ ਅਗਲੇ ਉਪਦੇਸ਼ ਕਿਹੜੇ ਕੰਮ ਆਉਣਗੇ? ਉਹਦੇ ਵਾਸਤੇ ਥੋੜ੍ਹੀ ਕਹੇ ਹਨ। ਇਹ ਤਾਂ ਬਾਬੇ ਲਹਿਣੇ ਵਰਗੇ ਜੈਸੇ ਕਹੇ ਹਨ। ਬਾਬਾ ਲਹਿਣਾ ਜੀ ਵਾਕਿਆ ਜੀ ਬਹੁਤ ਪਿਆਰੇ ਗੁਰਸਿੱਖ ਸਨ। ਫਿਰ ਦੂਸਰੀ ਗੱਲ ਇਹ ਹੈ ਵੀ ਜਿਵੇਂ ਵੈਦ ਨਬਜ਼ ਫੜ ਕੇ ਸਿਆਣ ਕੇ ਦਵਾਈ ਦਿੰਦਾ ਹੈ, ਬਿਮਾਰੀ ਦੱਸਦਾ ਹੈ ਪਹਿਲਾਂ ਅਤੇ ਫਿਰ ਦਵਾਈ ਦਿੰਦਾ ਹੈ, ਔਸ਼ਧੀ ਦਿੰਦਾ। ਇੱਦਾਂ ਹੀ ਸਤਿਪੁਰਖ ਜਿਹੜੇ ਹਨ ਨਾ ਉਹ ਵੀ ਵੈਦ ਹਨ, ਗੁਰੂ। ਅਤੇ ਉਹ ਦਵਾਈ ਦਿੰਦੇ ਹਨ ਅਤੇ ਉਹਨਾਂ ਨੂੰ ਪਤਾ ਹੁੰਦਾ ਹੈ ਭਾਵੇਂ ਸਾਰੇ ਮਰੀਜ਼ਾਂ ਨੂੰ ਇੱਕੋ ਹੀ ਬਿਮਾਰੀ ਹੋਵੇ ਤਾਂ ਵੀ ਦਵਾਈ ਥੋੜ੍ਹੀ ਥੋੜ੍ਹੀ ਬਦਲ ਕੇ ਦੇਣੀ ਪੈਂਦੀ ਹੈ, ਕਿਉਂਕਿ ਤਾਸੀਰ ਅਲੱਗ ਹੈ ਨਾ। ਅਤੇ ਦਵਾਈ ਦੇਣ ਵਾਲੇ ਵੈਦ ਜਾਣਦੇ ਆ, ਉਹ ਇੱਕ ਬਿਮਾਰੀ ਦੀ ਵੀ ਅਲੱਗ ਦਵਾਈ ਦਿੰਦੇ ਆ ਤਾਸੀਰ ਦੇ ਕੇ। ਇੱਦਾਂ ਹੀ ਸਤਿਗੁਰੂ ਸਨ ਪੁਰਾਣੇ ਸਮਿਆਂ 'ਚ ਵੀ, ਤੋ ਅਲੱਗ ਦਵਾਈ ਦਿਆ ਕਰਦੇ ਸਨ। ਹੁਣ ਜਿਵੇਂ ਬਾਬਾ ਲਹਿਣਾ ਜੀ ਆਏ ਸਨ, ਉਹਨਾਂ ਕੋਲ ਕੂੜ ਦੀ ਕੰਧ ਢਵਾਉਣ ਵਾਸਤੇ, ਤਾਂ ਉਹਨਾਂ ਨੂੰ ਸਿਰਫ ਸੇਵਾ ਦੇ ਵਿੱਚ ਲਾ ਦਿੱਤਾ ਉਹਨਾਂ ਨੇ, ਕੋਈ ਨਾਮ ਥੋੜ੍ਹੀ ਰਟਾਇਆ ਉਹਦੇ ਕੋਲ। ਇਸ ਕਾਰਨ ਉਹਨਾਂ ਦੀ ਸੇਵਾ ਦੇ ਗੁਣ ਵੀ ਬਹੁਤ ਗਾਏ ਜਾਂਦੇ ਨੇ। ਉਹਨਾਂ ਦੀਆਂ ਸੇਵਾ ਦੀਆਂ ਬਹੁਤ ਹੀ ਪਿਆਰੀਆਂ ਉਦਾਹਰਣਾਂ ਮਿਲਦੀਆਂ ਹਨ ਉਹਨਾਂ ਦੀਆਂ ਸੇਵਾ ਦੀਆਂ। ਇੱਕ ਦਫਾ ਤੁਰੇ ਜਾਂਦੇ ਅਤੇ ਚਿੱਕੜ ਦੇ ਵਿੱਚ ਲੋਟਾ ਸੁੱਟ ਦਿੱਤਾ, ਕਮੰਡਲ, ਕੋਈ ਨਾ ਜਾਵੇ ਕੱਢਣ, ਤਾਂ ਉਹਨਾਂ ਨੂੰ ਮਾੜਾ ਜਿਹਾ ਇਸ਼ਾਰਾ ਕੀਤਾ ਅਤੇ ਚਿੱਕੜ ਦੇ ਵਿੱਚੋਂ ਕਮੰਡਲ ਕੱਢ ਕੇ ਲਿਆਏ। ਦੂਸਰੇ ਤਾਂ ਨਹੀਂ ਜਾ ਰਹੇ ਸਨ ਵੀ ਇਹਨਾਂ ਨੇ ਜਾਣ ਬੁੱਝ ਕੇ ਸੁੱਟਿਆ, ਅਤੇ ਸੁੱਟਿਆ ਵੀ ਜਾਣ ਬੁੱਝ ਕੇ ਸੀ। ਅਤੇ ਬਾਬੇ ਲਹਿਣੇ ਨੂੰ ਵੀ ਪਤਾ ਸੀ ਵੀ ਜਾਣ ਬੁੱਝ ਕੇ ਸੁੱਟਿਆ, ਪਰ ਉਹਨਾਂ ਨੇ ਨਹੀਂ ਕਿਹਾ ਵੀ ਸੁੱਟਿਆ ਕਿਉਂ, ਅਤੇ ਕੱਢ ਕੇ ਹੀ ਲਿਆਉਣਾ ਸੀ। ਨਹੀਂ, ਕੋਈ ਸਵਾਲ ਹੀ ਨਹੀਂ। ਕਿੰਨੇ ਸਮਰਪਿਤ ਹੋ ਗਏ ਹੋਣਗੇ, ਹੈ ਨਾ, ਕੋਈ ਕਿੰਤੂ ਪਰੰਤੂ ਹੀ ਨਹੀਂ। ਅਤੇ ਇੱਥੇ ਮਨ ਮਰਦਾ ਹੈ। ਕਿਹਾ ਵੀ ਹੈ ਨਾ, ਆਗਿਆ ਸਮ ਨਹੀਂ ਸਾਹਿਬ ਸੇਵਾ। ਕਹਿੰਦੇ ਆਗਿਆ ਹੀ ਸੇਵਾ ਹੈ, ਹੁਕਮ ਉਪਦੇਸ਼ ਮੰਨਣ। ਭਾਵ ਕਿ ਉਹਦੇ ਨਾਲ ਮਨ ਮਰ ਜਾਂਦਾ ਹੈ ਸਹਿਜ ਹੀ। ਅਤੇ ਉਸ ਸਮੇਂ ਜਿਹੜੇ ਗੁਰੂਆਂ ਕੋਲ, ਪੀਰਾਂ ਫਕੀਰਾਂ ਕੋਲ ਰਹੇ ਸਨ, ਜਗਿਆਸੂ,
ਗੁਰਮੁਖ ਪਿਆਰੇ, ਅਤੇ ਉਹਨਾਂ ਨੂੰ ਦੇਖ ਕੇ ਔਸ਼ਧੀ ਦਿੰਦੇ ਸਨ। ਜਿਵੇਂ ਕਹਿੰਦੇ ਨਾ, ਭਾਈ ਨੰਦ ਲਾਲ ਜੀ ਨੂੰ ਭਾਂਡੇ ਮਾਂਜਣ 'ਤੇ ਲਾ ਦਿੱਤਾ ਸੀ ਗੁਰੂ ਨੇ। ਉਹਨਾਂ ਨੇ ਦੇਖਿਆ ਹੋਵੇਗਾ ਇਹਨੂੰ ਹੌਂ ਦੀ ਬਿਮਾਰੀ ਬੜੀ ਤਗੜੀ ਲੱਗੀ ਹੋਈ। ਉਹ ਜਾਣਦੇ ਹਨ, ਉਹਨੂੰ ਕੋਈ ਮੰਤਰ ਥੋੜ੍ਹੀ ਦਿੱਤਾ। ਭਾਂਡੇ ਮਾਂਜਣ 'ਤੇ ਲਾ ਤਾ, ਭਾਂਡੇ ਮਾਂਜ ਕੇ ਹੀ ਉਹਦਾ ਅੰਦਰ ਮਾਂਜਿਆ ਗਿਆ। ਅਤੇ ਬਹੁਤ ਐਸੇ ਹੋਏ ਹਨ ਗੁਰਸਿੱਖ, ਜਿਵੇਂ ਮੈਂ ਵੀ ਕਈ ਵਾਰਾਂ ਗੱਲ ਕੀਤੀ ਹੈ। ਇੱਕ ਜਿਹੇ ਨੇ ਫਕੀਰ ਦੇ ਕੋਲ ਕੋਈ ਸ਼ਿਸ਼ ਚਲੇ ਗਿਆ ਸੀ, ਅਤੇ ਇੱਦਾਂ ਦਾ ਹੀ ਜਗਿਆਸੂ ਹੋਵੇਗਾ ਬਹੁਤ ਗਹਿਰਾ। ਉਹਨਾਂ ਨੇ ਦੇਖਿਆ, ਜਾਚਿਆ, ਕਹਿੰਦੇ ਵੀ ਉਹ ਪਿਛਲੇ ਕਮਰੇ ਚਲੇ ਜਾ, ਉੱਥੇ ਜਾ ਕੇ ਚੌਲ ਕੁੱਟ, ਦੁਬਾਰਾ ਨਾ ਆਈ। ਉਹ ਕਹਿੰਦੇ ਉਹ ਚੌਲ ਹੀ ਕੁੱਟਦਾ ਰਿਹਾ, ਉੱਥੇ ਹੀ ਪੈ ਜਾਂਦਾ, ਉੱਥੇ ਲਾਗੇ ਰਸੋਈ ਸੀ, ਭੋਜਨ ਖਾ ਲੈਂਦਾ, ਨਾ ਕਿਸੇ ਨਾਲ ਬੋਲਦਾ ਨਾ ਚਾਹ। ਹੌਲੀ ਹੌਲੀ ਚੌਲ ਕੁੱਟਦੇ ਵਿਚਾਰ ਬਾਹਰਲਾ ਕੀਤਾ ਨੇ, ਮਨ ਸ਼ਾਂਤ ਹੋ ਗਿਆ। ਸਹਿਜ ਹੀ ਜਦੋਂ ਗੁਰੂ ਨੇ ਉਹਦੇ ਵਾਂਗੂ ਸੀਸ ਝੁਕਾਇਆ, ਦੇਖੋ ਗੁਰੂ ਵੀ ਸ਼ਿਸ਼ ਅੱਗੇ ਸੀਸ ਝੁਕਾਉਂਦਾ ਹੈ। ਉਹ ਧੰਨ ਭਾਗ ਸਮਝਦਾ ਹੈ, ਧੰਨ ਹੈ ਤੂੰ। ਅਤੇ ਦੂਸਰੇ ਸਾਰੇ ਹੈਰਾਨ ਹੋ ਗਏ, ਕਿਉਂਕਿ ਉੱਥੇ ਬੜੇ ਪੜ੍ਹੇ ਲਿਖੇ ਵਿਦਵਾਨ ਵੀ ਸਨ ਚਕੋਟੀ ਦੇ। ਇਹਨੂੰ ਤਾਂ ਸਭ ਬੇਸਮਝ ਸਮਝਦੇ ਹੋਣਗੇ, ਬੋਲਦਾ ਨਾ ਚਾਲਦਾ, ਲੱਗਾ ਸੇਵਾ ਇੱਕ ਪਾਸੇ, ਕੋਈ ਖਿਆਲ ਹੀ ਨਹੀਂ ਦਿੰਦਾ ਹੁਣ। ਪਰ ਹੌਲੀ ਹੌਲੀ ਸੇਵਾ ਕਰਦੇ ਕਰਦੇ ਮਨ ਮਿਟ ਗਿਆ। ਆਸਤੇ ਆਸਤੇ ਮਿਟਦਾ, ਸਮਾਂ ਲੱਗਦਾ ਹੈ। ਜਿਵੇਂ ਸੰਸਾਰ 'ਚ ਧਿਆਨ ਲੱਗਣ ਵਾਸਤੇ ਵੀ ਬੜਾ ਸਮਾਂ ਲੱਗਦਾ ਹੈ। ਬੱਚਾ ਹੌਲੀ ਹੌਲੀ ਧਿਆਨ ਲਾਉਂਦਾ ਹੈ, ਲਿਵ ਜੁੜਦੀ ਹੈ। ਇੱਦਾਂ ਲਿਵ ਟੁੱਟਣ ਨੂੰ ਵੀ ਟਾਈਮ ਲੱਗਦਾ। ਅਤੇ ਲਹਿਦਾ ਔਸ਼ਧੀ ਦਿੰਦੇ ਸਨ ਪੁਰਾਣੇ ਸਮੇਂ 'ਚ ਵੀ ਸਤਿਗੁਰੂ ਜੀ। ਅਤੇ ਜਿੰਨੀਆਂ ਵੀ ਵਿਧੀਆਂ ਹਨ ਉਹ ਸਤਿਪੁਰਖਾਂ ਨੇ ਹੀ ਦੱਸੀਆਂ ਹੋਈਆਂ ਹਨ, ਕਿਉਂਕਿ ਉਹ ਜਾਣਦੇ ਹਨ। ਤੋ ਸਮੇਂ ਦੇ ਆਧਾਰ 'ਤੇ ਦੇਖਦੇ ਹਨ ਵੀ ਇਸ ਸਮੇਂ ਦੇ ਵਿੱਚ ਕਿਹੜੀ ਔਸ਼ਧੀ ਕੰਮ ਆਵੇਗੀ। ਔਸ਼ਧੀਆਂ ਵੀ ਬਦਲਦੀਆਂ ਰਹਿੰਦੀਆਂ ਨੇ, ਅਤੇ ਹਰ ਇੱਕ ਨੂੰ ਵੱਖ ਔਸ਼ਧੀ, ਵੱਖ ਦਵਾਈ। ਇੱਦਾਂ ਹੀ ਇਹ ਬਾਬੇ ਨਾਨਕ ਦਾ ਉਪਦੇਸ਼ ਹੈ ਅੱਗੇ। ਉੱਥੇ ਵੀ ਬਹੁਤ ਤਰ੍ਹਾਂ ਦੀਆਂ ਔਸ਼ਧੀਆਂ ਹਨ, ਇਹਨਾਂ ਨੂੰ ਪਤਾ ਹੀ ਨਹੀਂ ਹੈ। ਇਹ ਤਾਂ ਸਿਰਫ ਇੱਕੋ ਹੀ ਨਾਮ ਰਟਣ ਨੂੰ ਹੀ ਗੱਲ ਸਮਝਦੇ। ਫਿਰ ਨਾਮ ਰਟਣਾ ਵੀ ਇਸ ਕਰਕੇ ਹੈ ਵੀ ਬਾਹਰੋਂ ਸੰਸਾਰ ਵੱਲੋਂ ਮੁਕਤ ਹੋਣਾ ਹੈ। ਪਰ ਤੁਸੀਂ ਤਾਂ ਕਹਿ ਰਹੇ ਹੋ ਪੂਰਾ ਮਨ ਮੁਕਤ ਹੋ ਹੀ ਨਹੀਂ ਸਕਦਾ ਮਾਇਆ ਵੱਲ। ਫਿਰ ਨਾਮ ਰਟਨ ਕੀ ਕਰਨ ਨੂੰ ਕਰ ਰਹੇ, ਸਮਝ ਨਹੀਂ ਵਿੱਚ ਆਉਂਦੀ ਗੱਲ। ਫਿਰ ਨਾਮ ਜਪ ਦਾ ਮਤਲਬ ਕੀ ਹੈ, ਤੁਸੀਂ ਖਿਆਲ ਵਿੱਚ ਲਓ ਵੀ ਔਸ਼ਧੀ ਖਾਣੀ ਕੀ ਕਰਨ ਨੂੰ ਹੈ, ਦਵਾਈ ਖਾਣੀ ਕੀ ਕਰਨ ਨੂੰ ਹੈ, ਜਦੋਂ ਆਪਾਂ ਬਿਮਾਰੀ ਨਹੀਂ ਹਟਾਉਣੀ। ਤੁਸੀਂ ਕਹਿੰਦੇ ਹੋ ਬਿਮਾਰੀ ਹਟ ਹੀ ਨਹੀਂ ਸਕਦੀ। ਫਿਰ ਦੂਸਰੀ ਗੱਲ ਇਹ ਹੈ ਖਿਆਲ ਵਿੱਚ ਰੱਖਣ ਯੋਗ, ਜਿੰਨਾ ਚਿਰ ਸੰਸਾਰ 'ਚੋਂ ਕੋਈ ਮੁਕਤ ਨਹੀਂ ਹੋਣਾ ਚਾਹੁੰਦਾ ਹੈ, ਉਹਨਾਂ ਚਿਰ ਧਾਰਮਿਕ ਉਪਦੇਸ਼ ਨਹੀਂ ਦੇਣਾ ਚਾਹੀਦਾ ਹੈ। ਭਾਵ ਕਿ ਕੂੜ ਦੀ ਕੰਧ ਜਿੰਨਾ ਚਿਰ ਨਹੀਂ ਕੋਈ ਢਾਉਣਾ ਚਾਹੁੰਦਾ ਹੈ, ਤੋੜਨੀ ਚਾਹੁੰਦਾ ਹੈ। ਅਤੇ ਕੂੜ ਦੀ ਕੰਧ ਤੋੜਨ ਵਾਸਤੇ, ਢਾਉਣ ਵਾਸਤੇ ਇਹ ਸਾਰਾ ਹੀ ਅੱਗੇ ਉਪਦੇਸ਼ ਹੈ ਬਾਬੇ ਨਾਨਕ ਦਾ। ਅਤੇ ਅਗਰ ਕੋਈ ਢਾਉਣੀ ਨਹੀਂ ਚਾਹੁੰਦਾ ਹੈ ਤਾਂ ਫਿਰ ਉਪਦੇਸ਼ ਦੀ ਦੁਰਵਰਤੋਂ ਹੀ ਕਰੇਗਾ ਨਾ। ਅਤੇ ਦੁਰਵਰਤੋਂ ਹੋ ਰਹੀ ਹੈ, ਬਿਮਾਰੀਆਂ ਵੱਧ ਰਹੀਆਂ। ਉਸੇ ਉਪਦੇਸ਼ ਨੂੰ ਸੰਸਾਰ ਵਾਸਤੇ ਵਰਤ ਰਹੇ ਹਨ ਲੋਕ, ਜਿਹੜੇ ਉਪਦੇਸ਼ ਦੁਆਰਾ ਸੰਸਾਰ 'ਚੋਂ ਨਿਕਲਣਾ ਸੀ। ਹੋ ਰਿਹਾ ਨਾ ਉਲਟਾ ਕੰਮ। ਹੁਣ ਬਾਬਾ ਨਾਨਕ ਜੀ ਇੱਥੇ ਹੁੰਦੇ ਤਾਂ ਉਹ ਕੀ ਕਹਿੰਦੇ ਇਹਨਾਂ ਨੂੰ ਵੀ ਇਹ ਸੰਸਾਰ 'ਚ ਫਸਣ ਵਾਸਤੇ ਥੋੜ੍ਹੀ ਮੈਂ ਕਿਹਾ ਹੋਇਆ, ਮੁਕਤ ਹੋਣ ਵਾਸਤੇ ਕਿਹਾ ਹੈ। ਸੰਸਾਰ 'ਚ ਮੁਕਤ ਸੰਸਾਰ 'ਚ ਵੀ ਹੋਣਾ ਹੈ ਨਾ। ਮੁਕਤੀ ਦਾ ਕੀ ਭਾਵ ਹੁੰਦਾ ਹੈ, ਜਿਵੇਂ ਜੇਲ੍ਹ 'ਚ ਕੋਈ ਮੁਕਤ ਹੋ ਗਿਆ, ਬਾਹਰ ਹੋ ਗਿਆ, ਇੱਦਾਂ ਸੰਸਾਰ 'ਚੋਂ ਮੁਕਤ ਹੋ ਗਿਆ ਅਤੇ ਸਾਰੇ ਬੰਧਨ ਟੁੱਟਣਗੇ ਤਾਂ ਹੀ ਨਾ। ਅਤੇ ਸੋਚ ਵਿਚਾਰ ਕਰਕੇ ਹੀ ਬੰਧਨ ਹਨ।
ਤੇ ਕੂੜ ਦੀ ਕੰਧ ਸੋਚ ਵਿਚਾਰ ਕਰਕੇ ਹੀ ਬਣੀ ਹੋਈ। ਤੁਸੀਂ ਲਗਾਤਾਰ ਸੋਚ ਰਹੇ ਹੋ, ਸੋਚਣ ਕਰਕੇ ਉਹ ਕੰਧ ਬਣ ਗਈ 4 ਚੁਫੇਰੇ। ਸੋਚ ਦੀ, ਵਿਚਾਰ ਦੀ ਕੰਧ, ਉਹਦੇ ਦੁਆਰਾ ਤੁਸੀਂ ਬਾਹਰ ਦੇਖ ਰਹੇ ਹੋ ਤੇ ਨਾਲ ਨਾਲ ਫਿਰ ਹੋਰ ਜੁੜ ਰਹੀ ਹੈ ਕੰਧ ਦੇ ਨਾਲ। ਜਿਵੇਂ ਮਿੱਟੀ ਨਹੀਂ ਜੁੜੀ ਜਾਂਦੀ, ਇਹਨੂੰ ਹੀ ਮੈਲ ਕਿਹਾ ਹੈ, ਤਾਂ ਮੋਟੀ ਹੋਈ ਜਾਂਦੀ ਕੰਧ। ਫਿਰ ਕੰਧ ਤੇ ਪਹਿਲਾਂ ਹੀ ਬਥੇਰੀ ਮੋਟੀ ਹੈ, ਫਿਰ ਧਾਰਮਿਕ ਲੋਕ ਹੋਰ ਉਹਨੂੰ ਸੁੰਦਰ ਬਣਾਉਂਦੇ ਰਹਿੰਦੇ ਉਸ ਕੰਧ ਨੂੰ, ਧਾਰਮਿਕ ਸ਼ਬਦਾਂ ਦੁਆਰਾ, ਵਿਚਾਰਾਂ ਦੁਆਰਾ। ਉਹ ਕੰਧ ਹੋਰ ਵਧੀਆ ਬਣਦੀ ਰਹਿੰਦੀ ਹੈ, ਢਾਉਂਦੇ ਨਹੀਂ ਉਹ ਵੀ। ਜਿਵੇਂ ਕਹਿੰਦੇ ਨਾ, ਬਟਾਲੇ ਬਾਬੇ ਨਾਨਕ ਦੀ ਜੇ ਕੰਧ ਖੜੀ ਹੈ, ਉਹ ਸ਼ੀਸ਼ੇ 'ਚ ਮੜਾਈ ਹੋਈ ਉਸ ਸਮੇਂ ਦੀ, ਦੇਖੋ ਬਾਹਰਲੀਆਂ ਕੰਧਾਂ ਵੀ ਸਾਂਭ ਕੇ ਰੱਖੀਆਂ, ਉੱਥੇ ਮੱਥੇ ਟੇਕਦੇ ਆ। ਬਾਹਰ ਹੀ ਜੁੜ ਗਏ ਨਾ ਬਾਹਰਲੀਆਂ ਕੰਧਾਂ ਨਾਲ ਹੀ, ਮਿੱਟੀ ਦੀਆਂ, ਪੱਥਰ ਦੀਆਂ, ਭੋਰਿਆਂ ਨਾਲ ਜੁੜੇ ਹੋਏ, ਅੰਗੀਠੀਆਂ ਨਾਲ ਜੁੜੇ ਹੋਏ। ਸਾਧੂ ਮਹਾਤਮਾ ਵੀ ਜੋੜਦੇ ਰਹਿੰਦੇ ਅੰਗੀਠੀਆਂ ਦੇ ਨਾਲ, ਪੁਰਾਣੇ ਮਹਾਂਪੁਰਸ਼ਾਂ ਦੇ ਨਾਲ, ਭੋਰਿਆਂ ਦੇ ਨਾਲ, ਦੇਖੋ ਵਿਚਾਰਧਾਰਾ ਨਾਲ। ਹੁਣ ਇਹ ਕਹਿੰਦੇ ਹਨ ਵੀ ਤੁਸੀਂ ਨਿੰਦਾ ਕਰਦੇ ਹੋ। ਨਹੀਂ, ਤੁਸੀਂ ਐਸਾ ਕੋਈ ਸਤਿਪੁਰਖ ਦੱਸੋ ਜਿਹਨੇ ਉਸ ਸਮੇਂ ਦੇ ਧਾਰਮਿਕ ਲੋਕਾਂ ਨੂੰ ਨਾ ਸਮਝਾਇਆ ਹੋਵੇ, ਨਾ ਉਹਨਾਂ ਨੂੰ ਬੇਸਮਝ ਕਿਹਾ ਹੋਵੇ। ਬਾਬੇ ਨਾਨਕ ਨੇ ਵੀ ਉਸ ਸਮੇਂ ਦੇ ਧਾਰਮਿਕ ਲੋਕਾਂ ਨੂੰ, ਜਿਹੜੇ ਉਲਝੇ ਹੋਏ ਸਨ, ਦੂਸਰਿਆਂ ਨੂੰ ਉਲਝਾ ਰਹੇ ਸਨ। ਤੇ ਕਬੀਰ ਜੀ ਨੇ ਕਿੰਨਾ ਕਿਹਾ ਹੈ ਪੰਡਤਾਂ ਨੂੰ, ਬ੍ਰਾਹਮਣਾਂ ਨੂੰ। ਉਸ ਸਮੇਂ ਸਿੱਖ ਤੇ ਸੀ ਹੀ ਨਹੀਂ, ਜਿਹੜਾ ਧਰਮ ਸੀ, ਧਾਰਮਿਕ ਲੋਕ ਸਨ, ਉਹਨਾਂ ਨੂੰ ਹੀ ਕਹਿਣਾ ਸੀ ਨਾ ਵੀ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋਏ, ਦੂਸਰਿਆਂ ਨੂੰ ਨਾਲ ਡੁੱਬੋਗੇ। ਤੇ ਦੇਖੋ ਕਬੀਰ ਜੀ ਸਾਧੂ ਮਹਾਤਮਾ ਬਾਰੇ ਵੀ ਕਹਿੰਦੇ ਹਨ, ਐਸੇ ਸੰਤ ਨਾ ਮੋਹ ਪਾਵੇ, ਡਾਲਾ ਸਿਉ ਪੇਡਾ ਕਟਕਾ। ਦੇਖੋ ਉਹ ਨਿੰਦਾ ਕਰ ਰਹੇ ਸਨ ਕਿਤੇ ਨਹੀਂ, ਉਹ ਕਹਿ ਰਹੇ ਸਨ ਵੀ ਇਹੋ ਜਿਹੇ ਨਹੀਂ ਜਿਹੜੇ ਸਿਰਫ ਸਰੀਰ ਵਾਸਤੇ ਹੀ ਸਭ ਕੁਛ ਕਰ ਰਹੇ ਹਨ। ਹੁਣ ਜੇ ਮੈਂ ਕਹਿ ਦੇਵਾਂ ਐਸਾ ਵੀ ਜਿਹੜੇ ਸਾਧੂ ਮਹਾਤਮਾ ਸੁੱਖ ਸੁਵਿਧਾ ਵਾਸਤੇ ਲੋਕਾਂ ਨੂੰ ਪਿੱਛੇ ਲਾ ਰਹੇ ਹਨ, ਵੀ ਉਹ ਨਹੀਂ ਪਾਉਂਦੇ ਹਨ, ਤੇ ਨਿੰਦਾ ਹੋਊਗੀ। ਠੀਕ ਹੀ ਤੇ ਹੈ ਵੀ ਭੋਲੇ ਭਾਲੇ ਲੋਕ ਹਨ, ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਹੌਲੀ ਹੌਲੀ ਭੋਲੀਆਂ ਭਾਲੀਆਂ ਗੱਲਾਂ ਕਰ ਕਰਕੇ ਮਗਰ ਲਾ ਲੈਂਦੇ ਆ। ਫਿਰ ਹੌਲੀ ਹੌਲੀ ਕਰਦੇ, ਪਿਆਰ ਨਾਲ ਕਰਦੇ। ਲੋਕ ਕਹਿੰਦੇ ਬੜੇ ਵਧੀਆ ਗੱਲਾਂ ਕਰਦੇ, ਭਾਈ ਸਾਹਿਬ ਬੜੇ ਪਿਆਰ ਨਾਲ ਬੋਲਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਨ, ਕਿਸੇ ਨੂੰ ਦਬਕਦੇ ਵੀ ਨਹੀਂ। ਇਹ ਸੰਪਰਦਾਇ ਲੋਕ ਇੱਦਾਂ ਹੀ ਕਰਦੇ ਹਨ, ਉਸਤਤ ਕਰਦੇ ਹਨ, ਪ੍ਰਸ਼ੰਸਾ ਕਰਦੇ ਹਨ, ਕਿਉਂਕਿ ਆਪਣੇ ਨਾਲ ਜੋੜ ਕੇ ਰੱਖਣਾ ਹੈ ਨਾ, ਆਪਣੀ ਸੰਪਰਦਾ ਦੇ ਨਾਲ ਜੋੜ ਕੇ ਰੱਖਣਾ। ਤਾਂ ਉਹਨਾਂ ਦੀ ਵਡਿਆਈ ਕਰਨੀ ਕਹੂਗੀ, ਖੁਸ਼ਾਮਦ ਵੀ ਕਰਨੀ ਪੈਂਦੀ। ਜਿਵੇਂ ਬਾਹਰ ਵਪਾਰੀ ਲੋਕ ਕਰਦੇ ਹਨ ਆਪਣੇ ਕਸਟਮਰ ਦੀ ਖੁਸ਼ਾਮਦ, ਇੱਦਾਂ ਹੀ ਇਹ ਕਰ ਰਹੇ ਹਨ। ਸੰਪਰਦਾ ਨੇ ਜੋੜਨਾ, ਉਹਦੇ ਦੁਆਰਾ ਆਪਣੇ ਨਾਲ ਜੋੜਨਾ ਕਹਿ ਲਓ। ਅਤੇ ਜਿਹੜਾ ਕਿਸੇ ਸੰਪਰਦਾ ਦੇ ਨਾਲ ਜੋੜਦਾ ਹੀ ਨਹੀਂ ਹੈ, ਮੇਰੀ ਕੋਈ ਸੰਪਰਦਾ ਨਹੀਂ ਹੈ, ਮੈਂ ਕਿਸੇ ਨਾਲ ਨਹੀਂ ਜੋੜ ਰਿਹਾ, ਨਾ ਆਪਣੇ ਨਾਲ ਵੀ ਨਹੀਂ ਜੋੜ ਰਿਹਾ, ਅਤੇ ਇਸ ਕਰਕੇ ਤਾਂ ਮੈਂ ਸਿੱਧਾ ਸਾਫ ਸਪਸ਼ਟ ਬੋਲਦਾ, ਕਿਉਂਕਿ ਮੈਨੂੰ ਡਰ ਨਹੀਂ ਹੈ। ਡਰਦਾ ਉਹ ਹੀ ਹੈ ਜਿਹੜਾ ਦੂਸਰਿਆਂ ਨੂੰ ਟੁੱਟਣ ਤੋਂ ਡਰਦਾ ਹੈ, ਵੀ ਮੇਰੇ ਨਾਲ ਟੁੱਟ ਜਾਣਗੇ। ਆਪਣੇ ਨਾਲ ਜੋੜ ਹੀ ਨਹੀਂ ਰਹੇ ਤੇ ਟੁੱਟ ਜਾਣ, ਰੱਬ ਨਾਲ ਜੋੜ ਰਹੇ। ਫਿਰ ਦੂਸਰੀ ਗੱਲ ਇਹ ਹੈ, ਜਾਗਰਤ ਪੁਰਖ ਹਮੇਸ਼ਾ ਹੀ ਚੋਟ ਕਰਦੇ ਰਹੇ ਹਨ ਮਨ 'ਤੇ, ਕਿਉਂਕਿ ਮਨ ਨੂੰ ਮਿਟਾਉਣਾ ਹੈ ਨਾ ਜਗਾਉਣਾ ਹੈ। ਉਹ ਪਹਿਲਾਂ ਜਗਾਉਣ ਵਾਸਤੇ ਚੋਟ ਕਰਦੇ ਹਨ, ਉਹਨਾਂ ਨੂੰ ਬਿਮਾਰੀ ਦੱਸਣ ਵਾਸਤੇ ਚੋਟ ਕਰਦੇ ਹਨ, ਇਉਂ ਕਹਿ ਲਓ। ਅਤੇ ਮਨ 'ਤੇ ਚੋਟ ਕੀਤੀ ਜਾਂਦੀ ਹੈ ਨਾ, ਇਸ ਕਰਕੇ ਉਹਨਾਂ ਨਾਲ ਲੋਕ ਜ਼ਿਆਦਾ ਨਾਰਾਜ਼ ਹੁੰਦੇ ਹਨ। ਸਹਿਮਤ ਤਾਂ ਬਹੁਤ ਘੱਟ ਹੁੰਦੇ ਹਨ, ਨਾਰਾਜ਼ ਬਹੁਤ ਜ਼ਿਆਦਾ ਹੋ ਜਾਂਦੇ ਹਨ, ਇਸ ਕਾਰਨ ਹੀ ਹੁੰਦੇ। ਪਰ ਉਹ ਸਾਰੇ ਨਾਰਾਜ਼ਗੀ ਨੂੰ ਸਹਿਣ ਕਰਦੇ ਹਨ। ਕੁਛ ਕੁ ਜਿਹੜੇ ਹਨ ਪਿਆਰੇ ਉਹਨਾਂ ਵਾਸਤੇ, ਵੀ ਜਿਹੜੇ ਮੁਕਤ ਹੋਣ ਨੂੰ ਤਿਆਰ ਹਨ, ਚਲੋ ਉਹਨਾਂ ਵਾਸਤੇ ਹੀ ਸਹੀ। ਦੂਸਰਿਆਂ ਦੀਆਂ ਗਾਲਾਂ ਸਹਿ ਲਓ, ਦੂਸਰਿਆਂ ਦਾ ਅਪਮਾਨ ਸਹਿ ਲਓ। ਫਿਰ ਧਾਰਮਿਕ ਆਗੂਆਂ ਦੀ ਅਸਲੀਅਤ ਇਸ ਕਰਕੇ ਵੀ ਦੱਸੀ ਜਾਂਦੀ ਹੈ, ਤਾਂ ਕਿ ਜਿਹੜੇ ਉਹਨਾਂ ਦੇ ਪਿੱਛੇ ਚੱਲਣ ਵਾਲੇ ਹਨ, ਬਹੁਤ ਸਾਰੇ ਤਾਂ ਚਲੋ ਸਵਾਰਥੀ ਹਨ,
ਪਰੰਪਰਾ ਦੇ ਨਾਲ ਉੱਦਾਂ ਹੀ ਬੰਦੇ ਹੋਏ ਹਨ। ਪਰ ਕੁਛ ਕੁ ਐਸੇ ਵੀ ਹੁੰਦੇ ਹਨ ਜਿਹੜੇ ਵਾਸਤਵਿਕ ਜਗਿਆਸੂ ਹੁੰਦੇ ਹਨ, ਜਾਗਣ ਦੀ ਇੱਛਾ ਵਾਲੇ। ਉਹਨਾਂ ਦੇ ਕੰਨੀ ਉਹ ਗੱਲ ਪੈ ਜਾਵੇ, ਜਿਹੜੇ ਸੰਸਾਰ ਤੋਂ ਮੁਕਤ ਹੋਣਾ ਚਾਹੁੰਦੇ ਹਨ, ਮਮੋਕਸ਼ੂ ਹਨ, ਉਹਨਾਂ ਦੇ ਖਿਆਲ ਵਿੱਚ ਆ ਜਾਵੇ ਅਤੇ ਉਹਨਾਂ ਨੂੰ ਸਹੀ ਰਸਤਾ ਮਿਲ ਜਾਵੇ। ਉਹ ਬਹੁਤ ਘੱਟ ਹੁੰਦੇ ਹਨ, ਕੋਈ ਵਿਰਲਾ ਹੁੰਦਾ ਹੈ। ਅਤੇ ਸੰਪਰਦਾਵਾਂ, ਪਰੰਪਰਾਵਾਂ ਜਿਹੜੀਆਂ ਧਾਰਮਿਕ ਹਨ, ਧਾਰਮਿਕ ਲੋਕ ਹਨ, ਇਹਨਾਂ ਦੇ ਵਿਰੁੱਧ ਬੋਲਣ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਹੈ। ਸਿਰਫ ਕੁਛ ਕੁ ਲੋਕ ਐਸੇ ਹੁੰਦੇ ਹਨ ਜਿਹੜੇ ਵਾਸਤਵਿਕ ਦੇ ਵਿੱਚ ਜਗਿਆਸੂ ਹਨ, ਉਹਨਾਂ ਨੂੰ ਸਹੀ ਮਾਰਗ ਮਿਲ ਸਕੇ। ਫਿਰ ਜਿਹੜੇ ਵਾਸਤਵਿਕ ਦੇ ਵਿੱਚ ਜਗਿਆਸੂ ਹਨ, ਜਿਹੜੇ ਬਿਮਾਰੀ ਨੂੰ ਛੱਡਣ ਨੂੰ ਤਿਆਰ ਹਨ, ਉਹਨਾਂ ਨੂੰ ਹੀ ਔਸ਼ਧੀ ਦਿੰਦੇ ਹਨ ਸਤਿਪੁਰਖ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਆਹ ਜਿਹੜੀਆਂ ਰਿਕਾਰਡਿੰਗਾਂ ਹਨ, ਜਿਹੜੇ ਸੰਸਾਰ ਤੋਂ ਮੁਕਤ ਨਹੀਂ ਹੋਣਾ ਚਾਹੁੰਦੇ ਹਨ, ਉਹ ਨਹੀਂ ਸੁਣ ਸਕਦੇ ਹਨ। ਇਸ ਕਾਰਨ ਬਹੁਤ ਸਾਰੇ ਲੋਕ ਝੱਟ ਛੱਡ ਕੇ ਚਲੇ ਜਾਂਦੇ ਹਨ, ਥੋੜ੍ਹਾ ਚਿਰ ਸੁਣ ਕੇ। ਡਰ ਲੱਗਦਾ ਹੈ ਫਿਰ ਸੰਸਾਰ ਤੋਂ ਮੁਕਤ ਹੋਣਾ। ਅਤੇ ਕੂੜ ਦੀ ਕੰਧ ਸੰਸਾਰ ਦੀ ਵਿਚਾਰਧਾਰਾ ਨਾਲ ਹੀ ਬਣੀ ਹੋਈ ਹੈ, ਉਹ ਢਾਉਣੀ ਕਹਿ ਲਓ, ਸੰਸਾਰ ਦੀ ਵਿਚਾਰਧਾਰਾ ਤੋਂ ਹਟਣਾ ਕਹਿ ਲਓ। ਫਿਰ ਧਾਰਮਿਕ ਵਿਚਾਰਧਾਰਾ ਤੋਂ ਵੀ ਹਟਣਾ ਹੈ, ਉਹਦੇ ਦੁਆਰਾ ਵੀ ਕੂੜ ਦੀ ਕੰਧ ਹੀ ਬਣ ਰਹੀ ਹੈ। ਅਤੇ ਜਿਹੜਾ ਇਹ ਕੰਧ ਢਾਉਣੀ ਚਾਹੁੰਦਾ ਹੈ, ਜਿਹੜਾ ਰੋਗ ਤੋਂ ਮੁਕਤ ਹੋਣਾ ਚਾਹੁੰਦਾ ਹੈ, ਸੰਸਾਰ ਰੋਗੀ ਨਾਮ ਦਾਰੂ, ਸੰਸਾਰ ਹੀ ਰੋਗ ਹੈ, ਰੋਗੀ ਦਾ ਭਾਵ ਇਹਦੇ ਤੋਂ ਹੀ ਮੁਕਤ ਹੋਣਾ। ਤੁਹਾਨੂੰ ਫਿਰ ਦਵਾ ਦਿੱਤੀ ਜਾਂਦੀ ਅਤੇ ਸਾਰਿਆਂ ਨੂੰ ਔਸ਼ਧੀ ਅਲੱਗ-ਅਲੱਗ ਦਿੰਦੇ ਹਨ ਜਾਗਰਤ ਪੁਰਸ਼। ਇਸ ਕਾਰਨ ਮੈਂ ਸ਼ਬਦ ਮੰਤਰ ਜਾਪ 'ਤੇ ਵੀ ਕਹਿੰਦਾ ਹਾਂ, ਪਰ ਜਿਨ੍ਹਾਂ ਨੂੰ ਜ਼ਰੂਰੀ ਹੁੰਦਾ ਹੈ, ਸਾਰਿਆਂ ਵਾਸਤੇ ਅਲੱਗ-ਅਲੱਗ ਔਸ਼ਧੀ। ਬਿਮਾਰੀਆਂ ਅਲੱਗ-ਅਲੱਗ ਹੈ, ਬਿਮਾਰੀ ਦੀ ਮਾਤਰਾ ਅਲੱਗ-ਅਲੱਗ ਹੈ, ਉਹ ਕਹਿ ਲਓ।